ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਿਲੋਂ ਮੁਹੱਬਤ ਜਿਨ ਸਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕੰਡੇ ਕੱਚਿਆ। ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ। ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿਨ ਧਨ ਜਨੇਂਦੀ ਮਾਉ ਆਏ ਸਫਲ ਸੇ। ਪਰਵਦਗਾਰ ਅਪਾਰ ਅਗਮ ਬੇਅੰਤ ਤੂੰ, ਜਿਨਾ ਪਛਾਤਾ ਸੱਚ ਚੁੰਮਾ ਪੈਰ ਮੂੰਹ। ਤੇਰੀ ਪਨਹੇ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਪਤਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ, ਕਲਯੁਗ ਦੇ ਜੀਵਾਂ ਨੂੰ ਉਤਾਰਨ ਵਾਲੇ, ਸਰਬ ਸੰਜੀਵਾਲਤਾ ਦੇ ਮੁਜਸ਼ਮੇ, ਸਰਬ ਮਨੁੱਖਤਾ ਦੇ ਸਾਂਝੇ ਰਹਿਬਰ ਵਾਲੀਏ ਕੁਲ ਆਲਮ। ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਅੰਦਰ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਵਡਭਾਗੀਆਂ ਜਿੱਥੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ, ਮੁਖੀ ਸੰਪਰਦਾਇ ਦਲ ਪੰਥ ਬਾਬਾ ਬਿਧੀ ਚੰਦ ਸਾਹਿਬ ਜੀ, ਤਿਲਾਂ ਵੱਲੋਂ ਸਾਜੇ ਜਥੇਦਾਰ ਬਾਬਾ ਨਿਹਾਲ ਸਿੰਘ ਜੀ, ਤਿੰਨਾਂ ਦੀ ਰਹਿਨੁਮਾਈ ਦੇ ਹੇਠ ਬੜੀ ਸ਼ਰਧਾ ਭਾਵਨਾ ਚਾਉ ਸਤਿਕਾਰ ਦੇ ਸਹਿਤ ਬ੍ਰਹਮ ਗਿਆਨੀ ਤਤ ਬੇਤੇ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ, ਤਿੰਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਜੋ ਸਾਲਾਨਾ ਜੋੜ ਮੇਲੇ ਮਨਾਏ ਜਾ ਰਹੇ ਨੇ, ਆਪ ਸਰਬੱਤ ਸੰਗਤਾਂ ਬੜੀ ਭਾਵਨਾ ਦੇ ਨਾਲ ਸਾਲਾਨਾ ਜੋੜ ਮੇਲੇ ਵਿੱਚ ਹਾਜ਼ਰੀਆਂ ਭਰ ਕੇ ਸਤਿਪੁਰਸ਼ਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਆਓ ਕੁਝ ਵਿਚਾਰਨ ਤੋਂ ਪਹਿਲਾਂ ਨਾਸਰੋ ਮਨਸੂਰ ਇਸ ਦੀ ਮਨਜ਼ੂਰ ਹੱਕ ਰਾ ਗੰਜ਼ੂਰ, ਜ਼ੁਮਲਾ ਫੈਜ਼ੇ ਨੂਰ ਹੱਕ ਹੱਕ ਅਗਾਹ ਸ਼ਾਹ ਸ਼ਹਿਨਸ਼ਾਹ। ਦਸਮ ਪਿਤਾ ਅੰਮ੍ਰਿਤ ਕੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੇ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਾਈਏ। ਸਰਬੱਤ ਸੰਗਤਾਂ ਇੱਕ ਸੁਰ ਵਿੱਚ ਪ੍ਰੇਮ ਦੇ ਨਾਲ ਫਤਿਹ ਬੁਲਾਓ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਪੜ੍ਹਦੇ ਹਾਂ ਤੇ ਮਹਾਰਾਜ ਸਾਹਿਬ ਕਹਿੰਦੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਸੰਸਾਰ ਵਿੱਚ ਅਦਲਾ ਬਦਲੀ ਹੁੰਦੀ ਰਹਿੰਦੀ ਏ। ਜੋ ਵੀ ਸੰਸਾਰ ਤੇ ਆਉਂਦਾ ਏ ਉਹ ਇੱਕ ਨਾ ਇੱਕ ਦਿਨ ਨਾਸ਼ ਹੋ ਜਾਂਦਾ ਏ।
ਜਿਵੇਂ ਜਨਮ ਲੈ ਕੇ ਸੰਸਾਰ 'ਤੇ ਆਉਂਦਾ ਹੈ ਅਤੇ ਮੌਤ ਤੋਂ ਬਾਅਦ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਜਾਂ ਸੰਸਾਰ ਦੇ ਦੋ ਦਰਵਾਜ਼ੇ ਨੇ, ਇੱਕ ਦਰਵਾਜ਼ੇ ਤੋਂ ਜਨਮ ਲੈ ਕੇ ਸੰਸਾਰ ਵਿੱਚ ਪ੍ਰਵੇਸ਼, ਔਰ ਦੂਜੇ ਦਰਵਾਜ਼ੇ ਤੋਂ ਸਰੀਰ ਛੱਡ ਕੇ ਪ੍ਰਲੋਕ ਗਮਨ। ਲੁਕਾਈ ਆਉਂਦੀ ਰਹਿੰਦੀ ਹੈ, ਜਾਂਦੀ ਰਹਿੰਦੀ ਹੈ, ਲੋਕ ਜੰਮਦੇ ਮਰਦੇ ਰਹਿੰਦੇ ਹਨ। ਇੱਕ ਦੋ ਪੀੜ੍ਹੀਆਂ ਤੱਕ ਉਹਨਾਂ ਦਾ ਕੋਈ ਨਾਮ ਲੈਂਦਾ ਹੈ, ਮੁੜ ਕੇ ਕਿਸੇ ਦੇ ਚਿੱਤ ਵਿੱਚ ਉਹਨਾਂ ਦਾ ਖਿਆਲ ਨਹੀਂ ਰਹਿੰਦਾ। ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਇੱਕ ਅਕਾਲ ਪੁਰਖ ਪਰਮਾਤਮਾ, ਦੂਜਾ ਉਸ ਪਰਮਾਤਮਾ ਦਾ ਨਾਮ ਸੱਚਾ, ਔਰ ਤੀਜਾ ਜਿਨ੍ਹਾਂ ਦੇ ਅੰਤਰ ਆਤਮੇ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਪ੍ਰਕਾਸ਼ ਹੋ ਗਿਆ, ਉਹਨਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਸੰਸਾਰ 'ਤੇ ਰਹਿੰਦਾ ਹੈ। ਐਸੇ ਸਤਿਪੁਰਸ਼ ਬ੍ਰਹਮ ਗਿਆਨੀ ਤਤ ਬੇਤੇ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ, ਜਿਨ੍ਹਾਂ ਦਾ ਇਸ ਸੰਸਾਰ 'ਤੇ ਆਗਾਜ਼ ਮਾਤਾ ਧਰਮ ਕੌਰ ਦੀ ਪਵਿੱਤਰ ਕੁੱਖ ਤੋਂ ਭਾਈ ਸੇਵਾ ਸਿੰਘ ਜੀ ਦੇ ਗ੍ਰਹਿ ਵਿਖੇ ਅੰਮ੍ਰਿਤਸਰ ਸਾਹਿਬ ਜੀ ਦੇ ਜ਼ਿਲ੍ਹੇ ਦੇ ਵਿੱਚ ਝਬਾਲ ਨੇੜੇ ਇੱਕ ਨਗਰ ਹੈ ਗੱਗੋ ਬੂਆ, ਉੱਥੇ ਬਾਬਾ ਜੀ ਉਹਨਾਂ ਦਾ ਜਨਮ ਹੋਇਆ। ਔਰ ਇਹਨਾਂ ਦੇ ਪਿਤਾ ਜੀ ਉਸ ਸਮੇਂ ਲਾਹੌਰ ਸਰਕਾਰ ਦੀ ਫੌਜ ਦੇ ਵਿੱਚ ਨੌਕਰੀ ਕਰਦੇ ਸਨ। ਮੁਲਤਾਨ ਦੀ ਲੜਾਈ ਦੇ ਵਿੱਚ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ, ਔਰ ਪਿਤਾ ਤੋਂ ਬਾਅਦ ਆਪ ਜੀ ਫੌਜ ਦੇ ਵਿੱਚ ਨੌਕਰੀ ਕਰਨ ਲੱਗੇ। 3 ਸਾਲ ਨੌਕਰੀ ਕੀਤੀ। ਜਿਹੜੀ ਬਿਰਤੀ ਸੀ, ਭਾਵਨਾ ਸੀ, ਉਹ ਬਚਪਨ ਤੋਂ ਹੀ ਸੰਸਾਰ ਵੱਲੋਂ ਉਪਰਾਮ ਸੀ। ਅੰਤਰ ਆਤਮੇ ਵਿੱਚ ਰੱਬੀ ਪ੍ਰੇਮ ਝਲਕਦਾ ਸੀ। 3 ਸਾਲ ਨੌਕਰੀ ਕਰਕੇ ਜਦੋਂ ਪਹਿਲੀ ਵਾਰ ਆਪਣੇ ਨਗਰ ਵਿੱਚ ਆਏ ਛੁੱਟੀ ਕੱਟਣ ਦੇ ਲਈ, ਤੇ ਅਚਾਨਕ ਹੀ ਪਿੰਡ ਦੇ ਵਿੱਚ ਡਾਕੂਆਂ ਨੇ ਧਾਵਾ ਬੋਲ ਦਿੱਤਾ। ਚੋਰੀ ਕਰਨ ਵਾਸਤੇ ਨਗਰ ਵਿੱਚ ਆਏ, ਔਰ ਬਾਬਾ ਜੀ ਨੇ ਬੜੀ ਦਲੇਰੀ ਦੇ ਨਾਲ, ਬੜੀ ਚੜ੍ਹਦੀ ਕਲਾ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ। ਉਹਨਾਂ ਨੂੰ ਨਗਰ ਦੇ ਵਿੱਚੋਂ ਭਜਾਉਣ ਵਿੱਚ ਕਾਮਯਾਬ ਹੋਏ। ਔਰ ਉਸ ਸਮੇਂ ਬਾਬਾ ਜੀ ਦੇ ਇਸ ਕਾਰਜ ਦੀ ਸ਼ਲਾਘਾ ਸਾਰੇ ਪਾਸੇ ਹੋਈ। ਮਹਾਰਾਜਾ ਰਣਜੀਤ ਸਿੰਘ ਸਾਹਿਬ ਤੱਕ ਇਹਨਾਂ ਦਾ ਇਹ ਜੋ ਬਹਾਦਰੀ ਭਰਿਆ ਕਾਰਨਾਮਾ ਸੀ ਉਹ ਪਹੁੰਚਿਆ। ਮਹਾਰਾਜਾ ਰਣਜੀਤ ਸਿੰਘ ਜੀ ਨੇ ਵਿਸ਼ੇਸ਼ ਤੌਰ 'ਤੇ ਇਹਨਾਂ ਨੂੰ ਸਨਮਾਨਿਤ ਵੀ ਕੀਤਾ। ਫਿਰ ਇੱਕ ਵਾਰ ਪਿਸ਼ੌਰ ਦੀ ਲੜਾਈ ਦੇ ਵਿੱਚ ਸਾਧ ਸੰਗਤ ਵੈਰੀਆਂ ਦੇ ਨਾਲ ਲੋਹਾ ਲੈਂਦਿਆਂ ਹੋਇਆ ਇਹਨਾਂ ਦਾ ਖੰਡਾ ਟੁੱਟ ਗਿਆ, ਪਰ ਫਿਰ ਵੀ ਬੜੀ ਬਹਾਦਰੀ ਦੇ ਨਾਲ ਉਹਨਾਂ ਦੇ ਘੇੜੇ ਨੂੰ ਤੋੜ ਕਰਕੇ ਵੈਰੀਆਂ ਦੇ ਚੰਗਲ ਦੇ ਵਿੱਚੋਂ ਬਚ ਕੇ ਬਾਹਰ ਨਿਕਲ ਆਏ। ਔਰ ਖੰਡਾ ਟੁੱਟਣ ਨੂੰ ਬਾਬਾ ਜੀ ਨੇ ਇੱਕ ਰੱਬੀ ਸੰਕੇਤ ਸਮਝਿਆ ਕਿ ਮਹਾਰਾਜ ਸਾਹਿਬ ਦੀ ਮਰਜ਼ੀ ਨਹੀਂ ਅਸੀਂ ਫੌਜ ਦੇ ਵਿੱਚ ਲੰਮਾ ਸਮਾਂ ਨੌਕਰੀ ਕਰੀਏ। ਮਹਾਰਾਜ ਸਾਹਿਬ ਪ੍ਰੇਰਨਾ ਦੇ ਰਹੇ ਨੇ, ਉਹਨਾਂ ਵੱਲੋਂ ਇਹ ਆਦੇਸ਼ ਆ ਰਿਹਾ ਹੈ, ਸੰਕੇਤ ਹੈ ਵੀ ਅਸੀਂ ਰੱਬੀ ਪ੍ਰੇਮ ਦੇ ਵਿੱਚ ਜੁੜ ਜਾਈਏ, ਸਿੱਖੀ ਦਾ ਪ੍ਰਚਾਰ ਕਰੀਏ, ਸਿੱਖ ਸਿਧਾਂਤਾਂ 'ਤੇ ਪਹਿਰਾ ਦਈਏ। ਨੌਕਰੀ ਛੱਡ ਕਰਕੇ ਵਾਪਸ ਆਏ, ਔਰ ਬਾਬਾ ਭਾਗ ਸਿੰਘ ਜੀ ਕੁਰੀ ਵਾਲੇ, ਰੱਬ ਨਾਲ ਰੱਤੀ ਹੋਈ ਰਿਊ ਸੀ, ਉਹਨਾਂ ਦੀ ਸੰਗਤ ਵਿੱਚ ਗਏ। ਬੜੀ ਭਾਵਨਾ ਦੇ ਨਾਲ ਆਪਣਾ ਤਨ ਮਨ ਧਨ ਉਹਨਾਂ ਨੂੰ ਸਮਰਪਿਤ ਕਰਕੇ ਸੇਵਾ ਕੀਤੀ। ਉਹਨਾਂ ਦੀ ਸੰਗਤ ਵਿੱਚੋਂ ਜਿਹੜਾ ਅੰਦਰ ਰੱਬੀ ਪ੍ਰਕਾਸ਼ ਹੀ ਉਹ ਹੋਰ ਵੀ ਪ੍ਰਚੰਡ ਹੋਇਆ। ਇੱਕ ਦਿਨ ਸਾਧ ਸੰਗਤ ਬਾਬਾ ਭਾਗ ਸਿੰਘ ਜੀ ਕੁਰੀ ਵਾਲਿਆਂ ਨੇ ਬੜੀ ਰਮਜ ਭਰੇ ਬਚਨਾਂ ਵਿੱਚ ਆਪ ਜੀ ਨੂੰ ਪਾਸ ਬੁਲਾਇਆ, ਔਰ ਪਾਸ ਬੁਲਾ ਕਰਕੇ ਇਸ ਸਾਖੀ ਦਾ ਜ਼ਿਕਰ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲਿਆਂ ਨੇ ਆਪਣੀ ਪੁਸਤਕ ਵਿੱਚ ਵੀ ਕੀਤਾ ਹੈ। ਪਾਸ ਬੁਲਾ ਕਰਕੇ ਕਹਿਣ ਲੱਗੇ, ਬਾਬਾ ਵੀਰ ਸਿੰਘ ਜੀ ਸਾਨੂੰ ਬੜੀ ਭੁੱਖ ਲੱਗੀ ਏ, ਔਰ ਆਪ ਜੀ ਜੰਗਲ ਵਿੱਚ ਜਾਓ, ਜਾ ਕਰਕੇ ਸੁੱਕੀਆਂ ਲੱਕੜਾਂ ਇਕੱਤਰ ਕਰਕੇ ਲਿਆਓ, ਪ੍ਰਸ਼ਾਦਾ ਤਿਆਰ ਕਰੋ, ਸਾਨੂੰ ਪ੍ਰਸ਼ਾਦਾ ਛਕਾਓ।
ਸਤ ਬਚਨ ਕਹਿ ਕੇ ਨਮਸਕਾਰ ਕਰਕੇ ਜਦੋਂ ਚੱਲਣ ਲੱਗੇ, ਫਿਰ ਆਵਾਜ਼ ਮਾਰੀ, ਕਹਿੰਦੇ ਯਾਦ ਰੱਖਿਓ ਸਾਨੂੰ ਭੁੱਖ ਬੜੀ ਲੱਗੀ, ਜਲਦੀ ਆਉਣਾ, ਦੇਰ ਨਾ ਲਾ ਕੇ ਆਇਓ ਜੀ। ਸਤ ਬਚਨ ਕਹਿ ਕੇ ਜੰਗਲ ਵਿੱਚ ਗਏ ਤੇ ਜੰਗਲ ਦੇ ਵਿੱਚ ਬਾਬਾ ਭਾਗ ਸਿੰਘ ਜੀ ਹੋਏ ਨੇ ਮਾਇਆ ਵਰਤਾ ਦਿੱਤੀ। ਜਿਹੜੇ ਜੰਗਲ ਵਿੱਚ ਬੇਅੰਤੀ ਸੁੱਕੀਆਂ ਲੱਕੜਾਂ ਸਨ, ਅੱਜ ਆ ਕਰਕੇ ਤੱਕਦੇ ਨੇ ਵੀ ਸਾਰੇ ਪਾਸੇ ਸਾਰਾ ਜੰਗਲ ਹੀ ਹਰਿਆ ਏ। ਔਰ ਜਦੋਂ ਸੁੱਕੀਆਂ ਲੱਕੜਾਂ ਇਕੱਤਰ ਕਰਨ ਦਾ ਯਤਨ ਵੀ ਕਰਦੇ ਨੇ ਤੇ ਕੋਈ ਤਾਕਤ ਹੈ ਜਿਹੜੀ ਆਪ ਜੀ ਨੂੰ ਰੋਕਦੀ ਏ। ਬੜਾ ਯਤਨ ਕੀਤਾ, ਫਿਰ ਬਾਬਾ ਜੀ ਦਾ ਵਚਨ ਵੀ ਯਾਦ ਆਉਂਦਾ ਹੈ ਕਿ ਉਹਨਾਂ ਕਿਹਾ ਸੀ ਭੁੱਖ ਲੱਗੀ ਜਲਦੀ ਆਇਓ। ਔਰ ਜਦੋਂ ਲੱਕੜਾਂ ਇਕੱਤਰ ਕਰਨ ਦਾ ਯਤਨ ਕਰਦੇ ਆ, ਕੋਈ ਸ਼ਕਤੀ ਹੈ ਜਿਹੜੀ ਇਹਨਾਂ ਦੀ ਪੇਸ਼ ਨਹੀਂ ਜਾਣ ਦਿੰਦੀ। ਫਿਰ ਸਾਧ ਸੰਗਤ ਗੁਰਬਾਣੀ ਵਿੱਚ ਆਪਾਂ ਇੱਕ ਬਚਨ ਪੜ੍ਹਦੇ ਹਾਂ, ਬਿਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ। ਉਸ ਸਮੇਂ ਬਾਬਾ ਵੀਰ ਸਿੰਘ ਜੀ ਨੇ ਗਲ ਵਿੱਚ ਪੱਲਾ ਪਾਇਆ, ਦੋਵੇਂ ਹੱਥ ਜੋੜੇ ਅਕਾਲ ਪੁਰਖ ਕਰਤੇ ਦੇ ਚਰਨਾਂ ਦੇ ਵਿੱਚ ਜੋਦੜੀ ਕੀਤੀ। ਮਹਾਰਾਜ ਸਾਹਿਬ, ਮਹਾਂਪੁਰਸ਼ਾਂ ਦਾ ਹੁਕਮ ਹੈ, ਸਤਿਪੁਰਸ਼ਾਂ ਦੀ ਖੁਸ਼ੀ ਲੈਣੀ ਹੈ, ਉਹਨਾਂ ਦੀ ਆਗਿਆ ਦਾ ਪਾਲਣ ਕਰਨਾ ਹੈ, ਕਿਰਪਾ ਕਰੋ। ਜਦੋਂ ਸਾਧ ਸੰਗਤ ਅਰਦਾਸ ਕੀਤੀ ਤੇ ਜੰਗਲ ਪਹਿਲਾਂ ਦੇ ਵਾਂਗ ਹੀ ਹੋ ਗਿਆ, ਜਿਸ ਤਰ੍ਹਾਂ ਸੁੱਕੀਆਂ ਲੱਕੜਾਂ ਵੀ ਬਹੁਤ ਨੇ ਔਰ ਹਰਾ ਜੰਗਲ ਵੀ ਏ। ਬੜੀ ਜਲਦੀ ਫਿਰ ਬਾਲਣ ਇਕੱਠਾ ਕੀਤਾ, ਇੱਕ ਗੱਠ ਬਣ ਕੇ ਸਿਰ ਉੱਪਰ ਚੁੱਕੀ ਲੈ ਆਏ, ਲਿਆ ਕਰਕੇ ਪ੍ਰਸ਼ਾਦਾ ਤਿਆਰ ਕੀਤਾ। ਪ੍ਰਸ਼ਾਦਾ ਤਿਆਰ ਕਰਕੇ ਇੱਕ ਥਾਲੀ ਦੇ ਵਿੱਚ ਬੜੇ ਪ੍ਰੇਮ ਭਾਵਨਾ ਦੇ ਨਾਲ ਪਰੋਸਿਆ। ਪਰੋਸ ਕਰਕੇ ਬੜੇ ਸਤਿਕਾਰ ਦੇ ਨਾਲ ਬਾਬਾ ਭਾਗ ਸਿੰਘ ਜੀਆਂ ਨੂੰ ਅਰਪਣ ਕੀਤਾ। ਮਹਾਰਾਜ ਸਾਹਿਬ ਜੀ ਕਿਰਪਾ ਕਰੋ, ਪ੍ਰਸ਼ਾਦਾ ਤਿਆਰ ਹੈ, ਆਪ ਜੀ ਛਕੋ। ਕਹਿਣ ਲੱਗੇ ਤੁਹਾਨੂੰ ਜਾਣ ਲੱਗਿਆ ਇੱਕ ਭਜਨ ਕੀਤਾ ਸੀ ਵੀ ਸਾਨੂੰ ਭੁੱਖ ਲੱਗੀ ਜਲਦੀ ਆਇਓ, ਇੰਨੀ ਦੇਰ ਕਿਉਂ ਲਾਈ? ਕਹਿਣ ਲੱਗੇ ਮਹਾਰਾਜ ਸਾਹਿਬ ਆਪ ਜੀ ਨੇ ਮਾਇਆ ਵਰਤਾ ਦਿੱਤੀ। ਤੋ ਕਹਿਣ ਲੱਗੇ ਉਸ ਮਾਇਆ ਦੇ ਚੱਕਰ ਵਿੱਚ ਵਿੱਚੋਂ ਕਿਵੇਂ ਨਿਕਲੇ? ਕਹਿਣ ਲੱਗੇ ਮਹਾਰਾਜ ਸਾਹਿਬ ਅਕਾਲ ਪੁਰਖ ਕਰਤੇ ਦੇ ਚਰਨਾਂ ਵਿੱਚ ਅਰਦਾਸ ਕੀਤੀ। ਤੋ ਨਾਲ ਹੀ ਬਚਨ ਕੀਤਾ, ਮਹਾਰਾਜ ਸਾਹਿਬ ਆਪ ਜੀ ਦੀ ਮਾਇਆ ਬੜੀ ਪ੍ਰਬਲ ਏ। ਕਹਿਣ ਲੱਗੇ ਨਹੀਂ, ਮਾਇਆ ਪ੍ਰਬਲ ਨਹੀਂ, ਪ੍ਰਬਲ ਤੇ ਉਹ ਚੀਜ਼ ਨਾ ਜਿਸ ਦੇ ਨਾਲ ਤੁਸੀਂ ਮਾਇਆ ਦੇ ਉਸ ਜੰਜਾਲ ਵਿੱਚੋਂ ਨਿਕਲ ਆਏ। ਕਹਿਣ ਲੱਗੇ ਮਹਾਰਾਜ ਕੀ? ਕਹਿੰਦੇ ਗੁਰਸਿੱਖ ਦੀ ਅਰਦਾਸ। ਤੋ ਸਾਧ ਸੰਗਤ ਬਾਬਾ ਵੀਰ ਸਿੰਘ ਜੀ ਨੌਰੰਗਾਬਾਦੀਏ ਸਿੱਖ ਕੌਮ ਦੇ ਵਿੱਚ ਇੱਕ ਮਹਾਨ ਸ਼ਖਸੀਅਤ ਹੈ, ਉਹਨਾਂ ਦੀ ਇੱਕ ਵਿਲੱਖਣ ਸ਼ਖਸੀਅਤ ਹੈ। ਉਹਨਾਂ ਦਾ ਜੀਵਨ ਪੜ੍ਹ ਲਈਏ ਤੇ ਮਨ ਕਈ ਦਿਨ ਰਹੱਸ ਆਨੰਦ ਵਿੱਚ ਚਲੇ ਜਾਂਦਾ ਹੈ, ਕਿਉਂਕਿ ਉਹਨਾਂ ਦੇ ਪੱਲੇ ਨਾਮ ਰੂਪੀ ਧਨ ਸੀ, ਸੱਚੀ ਸੁੱਚੀ ਕਮਾਈ ਸੀ। ਔਰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਜੋ ਸਿਧਾਂਤ ਦਿੱਤਾ ਸੀ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਦੀ ਧਰਤੀ ਤੇ ਰਹੇ ਔਰ ਉੱਥੇ 4500 ਬੰਦੇ ਦਾ ਰੋਜ਼ਾਨਾ ਹੀ ਲੰਗਰ ਤਿਆਰ ਹੁੰਦਾ ਸੀ। ਇਸ ਤੋਂ ਵੱਧ ਵੀ ਸੰਗਤਾਂ ਆ ਕਰਕੇ ਛਕਦੀਆਂ ਸਨ ਤੇ ਤੋਟ ਨਾ ਆਵੇ, ਵੱਧ ਹੋ ਜਾਈ ਵਾਲੀ ਬਰਕਤ ਵਰਤੀ ਸੀ। ਐਸੇ ਸਤਿਪੁਰ ਸਨ ਬਾਬਾ ਵੀਰ ਸਿੰਘ ਜੀ ਨੌਰੰਗਾਬਾਦੀਏ, ਜਿਨ੍ਹਾਂ ਦੀ ਕਰਨੀ ਨੂੰ ਸਾਧ ਸੰਗਤ ਹਮੇਸ਼ਾ ਹੀ ਸਿਜਦਾ ਹੈ, ਜਿਨ੍ਹਾਂ ਦੀ ਕਰੀ ਨੂੰ ਨਮਸਕਾਰ ਹੈ। ਐਸੇ ਸਤਿਪੁਰਸ਼ ਹਨ। ਉਹਨਾਂ ਬਾਬਤ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਜੋ ਜਾਣੈ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ। ਜਨ ਆਵਣ ਕਾਹੇ ਸਵਾਉ, ਜਨ ਕੇ ਸੰਗ ਚਿਤਾਵੈ ਨਾਉ। ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਐਸੇ ਤਤ ਬੇਤੇ ਸਤਿਪੁਰਸ਼ ਮਹਾਂਪੁਰਖ ਸਦੀਵ ਕਾਲ ਹੀ ਗੁਰਸਿੱਖਾਂ ਦੇ ਭਾਵਨਾ ਵਾਲਿਆਂ ਦੇ ਹਿਰਦਿਆਂ ਦੇ ਵਿੱਚ ਜਿਉਂਦੇ ਰਹਿੰਦੇ ਹਨ। ਉਹਨਾਂ ਦੀ ਕਰਨੀ ਤੋਂ ਕਈ ਗੁਰਸਿੱਖ ਪ੍ਰੇਰਨਾ ਲੈ ਕਰਕੇ ਆਪਣੇ ਅੰਤਰ ਆਤਮੇ ਆਪਣੇ ਜੀਵਨ ਨੂੰ ਸਵਾਰ ਕੇ ਲੋਕ ਪਰਲੋਕ ਸੁਹੇਲਾ ਕਰ ਲੈਂਦੇ ਨੇ। ਥੋੜ੍ਹੀਆਂ ਬੇਨਤੀਆਂ ਕਰਦਿਆਂ ਬਹੁਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਹੁਣ ਅਤੀ ਸਤਿਕਾਰਯੋਗ ਗਿਆਨੀ ਸੁਖਦੇਵ ਸਿੰਘ ਜੀ ਵੀ ਹਾਜ਼ਰ ਹਨ, ਗਿਆਨੀ ਗੁਰਬਚਨ ਸਿੰਘ ਜੀ ਕਲਸੀਆਂ ਉਹ ਵੀ ਹਾਜ਼ਰ ਹਨ। ਉਹਨਾਂ ਵਿਦਵਾਨ ਪੁਰਸ਼ਾਂ ਨੇ ਆਪ ਜੀਆਂ ਦੇ ਦਰਸ਼ਨ ਕਰਨੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ ਜੀ। ਆਓ ਪ੍ਰੇਮ ਸਦ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।